हाँ जी, सत श्री अकाल सारिਆਂ ਨੂੰ 8ਵੀਂ ਕਲਾਸ ਦੇ ਬੱਚੇ ਇੰਗਲਿਸ਼ ਮੀਡੀਅਮ ਵਾਲੇ ਰਾਜੇ। ਅੱਜ ਅਸੀਂ ਪਾਰਟ 1 ਕ੍ਰੌਪ ਪ੍ਰੋਡਕਸ਼ਨ ਐਂਡ ਮੈਨੇਜਮੈਂਟ ਦੇ ਜੋ ਹੈ ਉਹ ਐਕਸਰਸਾਈਜ਼ ਦੇ ਕੁਐਸਚਨ ਕਰਾਂਗੇ ਬੱਚੇ। ਜਿਵੇਂ ਕਿ ਅਸੀਂ ਪਹਿਲਾਂ ਜਿਹੜਾ ਹੈ ਇਸਦੇ ਪ੍ਰਮੁੱਖ ਸ਼ਬਦ ਕਰ ਚੁੱਕੇ ਹੈਗੇ ਆ, ਪਾਰਟ ਦੇ ਉੱਪਰ ਸਮਰੀ ਵੀ ਕਰ ਲਈ ਸੀ, ਤੇ ਅੱਜ ਜਿਹੜਾ ਹੈ ਅਸੀਂ ਇਹਨਾਂ ਇਸ ਪਾਰਟ ਦੇ ਜਿਹੜੇ ਨੇ ਉਹ ਐਕਸਰਸਾਈਜ਼ ਦੇ ਕੁਐਸਚਨ ਸ਼ੁਰੂ ਕਰਦੇ ਹਾਂ। ਸੋ ਨੰਬਰ 1 ਤੇ ਹੈ ਜੀ, ਸਿਲੈਕਟ ਦ ਕਰੈਕਟ ਵਰਡ ਫਰੋਮ ਦ ਫੋਲੋਇੰਗ ਲਿਸਟ। ठीक है, फिलिप्स ने एक तरह से है। सो द सेम काइंड ऑफ प्लांट ग्रो एंड कल्टिवेटेड ऑन द लार्ज स्केल एट अ प्लेस इज कॉल्ड क्रॉप। ठीक है, इतने तो क्रॉप आ गया। द फर्स्ट स्टेप बिफोर ग्रोइंग क्रॉप इज प्रैपरेशन ऑफ द सॉइल। सॉइल नूं जिहड़ा है वो तैयार करना, मिट्टी नूं तैयार करना वो है। डैमेज्ड सीड्स वुड डैश ऑन द टॉप ऑफ द वाटर, द फ्लोट है। For growing a crop, sufficient sunlight and nutrients and water from the soil are essential। ठीक है, क्वेश्चन नंबर 2 है ਵਿੱਚ ਸਾਡੇ ਕੋਲ ਜੀ, ਉਹ ਹੈ ਮੈਚ ਦਾ ਕਾਲਮ। ਖਰੀਫ ਜੋ ਕ੍ਰੌਪ ਹੈ ਉਹ ਕਹਿੰਦੇ ਜੀ ਉਹ ਕਿਹੜੀ ਹੈਗੀ ਹੈ, ਉਸ ਦੇ ਵਿੱਚ ਕਹਿੰਦੇ ਜੀ ਕੀ ਹੈ ਕਿ ਪੈਡੀ ਅਤੇ ਮੇਜ਼, ਧਾਨ ਅਤੇ ਮੱਕੀ ਹੈ। ਰਬੀ ਦੀ ਫਸਲ ਜਿਹੜੀ ਰੱਬ ਦੇ ਆਸਰੇ ਅਸੀਂ ਕਹਿ ਦਿੰਦੇ ਜੀ ਹੁੰਦੀ ਹੈ ਕਿ ਕਣਕ ਹੈ, ਛੋਲੇ ਨੇ, ਜਾਂ ਫਿਰ ਸਾਡੇ ਕਹਿੰਦੇ ਜੀ ਮਟਰ ਹੈ। ਕੈਮੀਕਲ ਫਰਟੀਲਾਈਜੇਸ਼ਨ 'ਚ ਕਿਆ ਹੁੰਦਾ ਹੈ, ਕੈਮੀਕਲ ਫਰਟੀਲਾਈਜ਼ਰ ਦੇ ਵਿੱਚ ਅਸੀਂ ਕਿਹਾ ਯੂਰੀਆ ਸੁਪਰ ਫਾਸਫੇਟ ਹੁੰਦੀ ਹੈ, ਤੇ ਆਰਗੈਨਿਕ ਫਾਸਫੇਟ ਜਿਸ ਨੂੰ ਅਸੀਂ ਮੈਲ ਕਹਿੰਦੇ ਨੇ ਜੀ, ਉਸ 'ਚ ਕਹਿੰਦੇ ਜੀ ਐਨੀਮਲ ਐਕਸਕ੍ਰੀਟਾ, ਕਾਊ ਡੰਗ, ਯੂਰੀਨ ਐਂਡ ਪਲਾਂਟ ਵੇਸਟ ਜਿਹੜਾ ਉਸ 'ਚ ਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਕੁਐਸਚਨ ਨੰਬਰ 3 ਹੈ, ਗਿਵ 2 ਐਗਜ਼ਾਮਪਲਸ ਆਫ ਈਚ। ਖਰੀਫ ਦੀ ਫਸਲ ਦੀ ਮੇਜ਼ ਅਤੇ ਰਾਈਸ ਜਾਂ ਪੈਡੀ ਅਸੀਂ ਜਿਵੇਂ ਕਹਿੰਦੇ ਹਾਂ। ਰਬੀ ਦੀ ਫਸਲ ਵੀਟ, ਪੀ ਤੇ ਗ੍ਰਾਮ ਹੈ। ਉਸ ਤੋਂ ਬਾਅਦ ਕੁਐਸਚਨ ਨੰਬਰ 4 ਹੈ ਜੀ, write a paragraph in your own words on each of the following। ਤਾਂ preparation of soil ਦੇ ਅਸੀਂ ਗੱਲ ਕਰੀਏ ਤਾਂ ਪਹਿਲਾਂ ਇਹਦੇ ਬਾਰੇ ਕੁਝ ਲਾਈਨਾਂ ਲਿਖਣੀਆਂ ਹੈ। ਤਾਂ ਪੇਜ ਨੰਬਰ 2 ਦੇ ਉੱਪਰ ਜਿਹੜਾ ਸਾਡੇ ਕੋਲ ਜਿਹੜਾ ਹੈ ਉਹ ਇਹਦੇ ਵਿੱਚ ਆਉਂਦਾ ਹੈ। ਤੇ ਪੇਜ ਨੰਬਰ 2 ਦੀ ਅਸੀਂ ਜੇ ਗੱਲ ਕਰੀਏ ਬੱਚੇ ਤਾਂ ਸਾਡੇ ਕੋਲ ਇਹ ਹੈ, preparation of soil is first step before growing a crop। One of the most important tasks in agriculture is to turn the soil and loosen it। ਇੱਥੇ ਤੱਕ ਬੇਟਾ ਇਹ ਸਫੀਸ਼ੀਐਂਟ ਹੋ ਜਾਏਗਾ ਜੇ ਅਸੀਂ ਗੱਲ ਕਹੀਏ ਤਾਂ। ਉਸ ਤੋਂ ਬਾਅਦ ਹੈ ਜੀ ਨੈਕਸਟ, ਕਹਿੰਦੇ ਜੀ ਉਹ ਹੈ ਸੋਇੰਗ। ਤਾਂ ਜੇ ਅਸੀਂ ਸੋਇੰਗ ਦੀ ਗੱਲ ਕਰੀਏ ਤਾਂ ਸਾਡੇ ਕੋਲ ਸੋਇੰਗ ਜਿਹੜੀ ਹੈ ਉਹ ਕੀ ਕਹਿੰਦੀ ਹੈਗੀ ਹੈ, ਕਹਿੰਦੇ ਜੀ sowing is the most important part of crop production। Before sowing, good quality seeds are selected। Good quality seeds are clean and healthy seeds of a good variety। ਇੱਥੇ ਤੱਕ ਇਹ ਬੱਚੇ ਸਫੀਸ਼ੀਐਂਟ ਸਾਡਾ ਹੋ ਜਾਏਗਾ ਜੀ ਸੋਇੰਗ ਜਿਹੜੀ ਹੈਗੀ ਹੈ। ਉਸ ਤੋਂ ਬਾਅਦ ਨੈਕਸਟ ਹੈ ਜੀ ਵੀਡਿੰਗ। ਵੀਡਿੰਗ ਜਿਹੜਾ ਸ਼ਬਦ ਹੈ ਉਹ ਵੀਡਸ ਤੋਂ ਆਇਆ ਹੈ, ਤੇ ਅਸੀਂ ਜੇ ਅਸੀਂ ਵੀਡਸ ਦੀ ਗੱਲ ਕਰੀਏ ਤਾਂ ਕੀ ਕਹਿੰਦੀ ਹੈ ਵੀਡਸ, ਕਹਿੰਦੇ ਜੀ in a field many other undesirable plants may grow, usually along with the crop। These undesirable plants are called weeds। ਇੱਥੇ ਤੱਕ ਇਸ ਨੂੰ ਬੇਟਾ ਸਫੀਸ਼ੀਐਂਟ ਕਰ ਦੇਣਾ ਹੈ ਆਪਾਂ। ਤੇ ਇਸ ਤੋਂ ਬਾਅਦ ਨਾਲ ਹੀ ਹੈਗਾ ਦੇ ਚੀਜ਼ ਦਾ ਉਹ ਹੈ ਜੀ ਥ੍ਰੈਸ਼ਿੰਗ। ਥ੍ਰੈਸ਼ਿੰਗ ਦੇ ਬਾਰੇ ਜੇ ਅਸੀਂ ਗੱਲ ਕਹੀਏ ਤਾਂ ਇਸੇ ਪੇਜ ਦੇ ਉੱਪਰ ਜੇ ਹੈ ਸਾਡੇ ਕੋਲ ਜੋ ਕੀ ਹੈ, ਕਹਿੰਦੇ ਜੀ ਥ੍ਰੈਸ਼ਿੰਗ ਜਾਂ ਹਾਰਵੈਸਟਿੰਗ ਕੀ ਕਹਿੰਦਾ ਹੈ। ਹਾਰਵੈਸਟਿੰਗ ਇਨ ਆਵਰ ਕੰਟਰੀ ਇਜ਼ ਆਈਦਰ ਡਨ ਮੈਨੂਅਲੀ ਬਾਏ ਸਿਕਲ ਔਰ ਬਾਏ ਮਸ਼ੀਨ ਕਾਲਡ ਹਾਰਵੈਸਟਰ। ਇਨ ਦ ਹਾਰਵੈਸਟਡ crop the grain seeds needs to be separated from the calf। This process is called threshing। ਇੱਥੇ ਤੱਕ ਇਸ ਨੂੰ ਬੇਟਾ ਆਪਾਂ ਲਿਖ ਦੇਵਾਂਗੇ, ਸਾਡਾ ਜਿਹੜਾ ਹੈ ਉਹ ਆਨਸਰ ਇਸ ਦਾ ਪੂਰਾ ਹੋ ਜਾਏਗਾ। ਠੀਕ ਹੈ ਜੀ ਗੱਲ। ਅੱਗੇ ਵਾਲਾ ਸਾਡਾ ਹੁੰਦਾ ਹੈ ਜੀ ਇਹ ਉਹ ਹੈ ਕੁਐਸਚਨ ਨੰਬਰ 5, ਐਕਸਪਲੇਨ ਹਾਊ ਫਰਟੀਲਾਈਜ਼ਰਸ ਆਰ ਡਿਫਰੈਂਟ ਫਰੋਮ ਮੈਨਿਓਰ। ਕਹਿੰਦੇ ਜੀ 7 ਨੰਬਰ ਪੇਜ ਦਾ ਜਿਹੜਾ ਹੈ ਉਹ ਇਹ ਦਿੱਤਾ ਹੋਇਆ ਹੈਗਾ। ਅਸੀਂ ਕਹਿੰਦੇ ਜੀ ਕਿ ਕਿਸ ਨੂੰ ਜਿਹੜਾ ਹੈ ਬੜੇ ਈਜ਼ੀ ਵੇ ਨਾਲ ਆਪਾਂ ਇਸ ਨੂੰ ਜਿਹੜਾ ਹੈ ਪਹਿਲਾਂ ਵੀ ਡਿਸਕਸ ਕਰ ਚੁੱਕੇ ਹੈਗੇ ਆ। ਫਰਟੀਲਾਈਜ਼ਰ ਕੀ ਨੇ, ਫਰਟੀਲਾਈਜ਼ਰ ਇਜ਼ ਐਨ ਇਨਆਰਗੈਨਿਕ ਸਾਲਟ ਹੁੰਦੇ ਨੇ, ਜਦਕਿ ਮੈਨਿਓਰ ਕੀ ਹੈ ਜੀ, ਨੈਚੁਰਲ ਸਬਸਟੈਂਸ ਓਬਟੇਨਡ ਬਾਏ ਦ ਡੀਕੰਪੋਜੀਸ਼ਨ ਆਫ ਕੈਟਲ ਡੰਗ, ਹਿਊਮਨ ਵੇਸਟ ਐਂਡ ਪਲਾਂਟ ਰੈਜ਼ੀਡਿਊਜ਼ ਤੋਂ। ਠੀਕ ਹੈ ਜੀ। ਫਰਟੀਲਾਈਜ਼ਰਸ ਇਜ਼ ਪ੍ਰੀਪੇਅਰਡ ਇਨ ਫੈਕਟਰੀਜ਼, ਜਦਕਿ ਮੈਨਿਓਰ ਕੈਨ ਬੀ ਪ੍ਰੀਪੇਅਰਡ ਇਨ ਫੀਲਡ। ਅਸੀਂ ਇਸ ਨੂੰ ਖੇਤਾਂ 'ਚ ਆਪਣੇ ਬਣਾ ਲੈਂਦੇ ਹਾਂ, ਮੈਲ ਜਿਸ ਨੂੰ ਅਸੀਂ ਕਹਿ ਰਹੇ ਹਾਂ। A fertilizers does not provide any
ह्यूमस टू द सॉइल, जबकि मैन्योर प्रोवाइड अ लॉट ऑफ ह्यूमस टू द सॉइल। ठीक है, नेक्स्ट है जी, फर्टिलाइजर्स आर वेरी रिच इन प्लांट न्यूट्रिएंट लाइक नाइट्रोजन, फॉस्फोरस एंड पोटेशियम, जबकि मैन्योर जिहड़ी है वो इज रिलेटिवली लैस रिच इन प्लांट न्यूट्रिएंट्स। सो इस तरह साडा जिहड़ा है क्वेश्चन ये जिहड़ा इस नाल ये हो जाएगा। ठीक है जी, अगे साडे कोल गल आंदी है जी मुड़ के फिर इस चैप्टर का नैक्सट क्वेश्चन रिप्लाई किया है जी, व्हाट इज इरीगेशन डिस्क्राइब टू मैथड्स ऑफ इरीगेशन विच कंजर्व वाटर। बेटा इस पार्ट का यह बड़ा इंपॉर्टेंट क्वेश्चन हैगा, तो जे असी इंपॉर्टेंट की नाल गल करिए तो साडे कोल जिहड़ा यह क्वेश्चन है भी है वो साडे कोल थोड़ा जिहा लेंथी भी एक तरह कह सकते हैं, बट क्या करिए इस जो क्वेश्चन जोड़ा है ये वैल्यू इन्नी है कि यह सानू इदा ही याद करना पैना है, क्योंकि इंपॉर्टेंट पार्ट है तो इसनू एक्सप्लेन करना हमेशा इसका इंपॉर्टेंट काम रहिंदा हैगा। सो मॉडर्न मैथड्स ऑफ इरीगेशन हैल्प अस टू यूज वाटर इकोनॉमिकली, क्योंकि सानू पता है पानी की शॉर्टेज हैगी, इस करके जिहड़ा ये बेस्ट मैथड हैगा पानी नू देण वास्ते। द मेन मैथड यूज्ड आर क्या हैगा, नंबर 1 है जी स्प्रिंकलर सिस्टम। This system is more useful in the uneven land where sufficient water is not available। uneven land मतलब जिवें कि साडा इलाका हैगा पहाड़ी इलाका, उत्थे ऐसी गल कही है। The perpendicular pipes having rotating nozzles on top are joined to the main pipeline at regular intervals। When water is allowed to flow through the main pipe under pressure with the help of pump, it escapes from the rotating nozzle, it get sprinkled on the crop as if it is raining। Sprinkler is very useful for sandy soil। ठीक है जी, ये साडा एक मैथड हो गया जी, इस दे नाल जिहड़ी है वो डायग्राम साडे कोल ये इत्थे बनी हुई हैगी है स्प्रिंकलर सिस्टम जिहड़ा है। नैक्सट साडे कोल जी है ड्रिप तुपका प्रणाली की कहंदी हैगी जी। इन दिस सिस्टम द वाटर फॉल्स drop by drop directly near the roots, so it is called drip system। It is the best technique for watering fruit plant, gardens and trees। The system provides water to plant drop by drop, ਤੇ ਡ੍ਰੌਪ ਬਾਈ ਡ੍ਰੌਪ ਨਾਲ ਬਹੁਤ ਜ਼ਿਆਦਾ ਜਿਹੜਾ ਪਾਣੀ ਦੀ ਸਾਡੀ ਬਚਤ ਹੁੰਦੀ ਹੈ, ਜੋ ਕਿ ਅੱਜ ਦੇ ਸਮੇਂ ਦੀ ਸਮੱਸਿਆ ਵੀ ਹੈਗੀ ਹੈ। ਵਾਟਰ ਇਜ਼ ਨਾਟ ਵੇਸਟਡ ਐਟ ਆਲ, ਇਟ ਇਜ਼ ਬੋਰਨ ਇਨ ਰੀਜਨਸ ਵੇਅਰ ਅਵੇਲੇਬਿਲਿਟੀ ਆਫ ਵਾਟਰ ਇਜ਼ ਪੂਅਰ। ਕਹਿੰਦੇ ਇਹ ਜਿਹੜਾ ਇਸ ਦਾ ਚਿੱਤਰ ਆਹ ਸਾਡੇ ਕੋਲ ਬਣਿਆ ਹੋਇਆ ਹੈ, ਤੇ ਇਹ ਜਿਹੜਾ ਹੈ ਕਹਿੰਦੇ ਜੀ ਕਿ ਬਗੀਚਿਆਂ ਵਿੱਚ ਤੇ ਜਿੱਥੇ ਪਾਣੀ ਦੀ ਸ਼ਾਰਟੇਜ ਹੋਵੇ ਉੱਥੇ ਜਿਹੜਾ ਹੈ ਡ੍ਰਿਪ ਸਿਸਟਮ ਦਾ ਡਾਇਗਰਾਮ ਬੇਟਾ ਇਹ ਨਾਲ ਜਿਹੜਾ ਇਸ ਕੁਐਸਚਨ ਦੇ ਆਪਾਂ ਬਣਾਉਣਾ ਹੈ। ਸਾਡਾ ਜਿਹੜਾ ਇਸ ਤਰ੍ਹਾਂ ਜਿਹੜਾ ਇਹ ਕੁਐਸਚਨ ਦਾ ਜਿਹੜਾ ਹੈ ਇਹ ਪਾਰਟ ਪੂਰਾ ਹੋ ਜਾਏਗਾ। ਠੀਕ ਹੈ ਜੀ ਗੱਲ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਕੁਐਸਚਨ ਆਉਂਦਾ ਹੈਗਾ ਜੀ, ਕੁਐਸਚਨ ਨੰਬਰ ਸਾਡੇ ਕੋਲ ਜੀ ਹੈਗਾ 7 ਇਨ ਵੀਟ। ਇਫ ਵੀਟ ਇਜ਼ ਸੋਨ ਇਨ ਦ ਖਰੀਫ ਸੀਜ਼ਨ what would happen, discuss। ਤਾਂ ਕਹਿੰਦੇ ਜੀ ਇਸ ਦਾ ਆਨਸਰ ਜਿਹੜਾ ਹੈ ਬੇਟਾ ਉਹ ਆਪਾਂ ਇਹਦਾ ਲਿਖਣਾ ਹੈਗਾ discuss। ਠੀਕ ਹੈ, wheat is grown in winter and requires less water। ਅਸੀਂ ਇਸ ਨੂੰ ਸਰਦੀਆਂ 'ਚ ਲਗਾਉਂਦੇ ਹਾਂ, ਸਾਨੂੰ ਪਾਣੀ ਦੀ ਲੋੜ ਘੱਟ ਪੈਂਦੀ ਹੈ। if wheat is sown in kharif season its production will be decrease। ਜੇਕਰ ਅਸੀਂ ਇਸ ਨੂੰ ਗਰਮੀਆਂ ਵਿੱਚ ਲਗਾਵਾਂਗੇ ਤਾਂ ਇਸ ਨੂੰ ਜਿਹੜਾ ਹੈ ਪਾਣੀ ਜਿਹੜਾ ਹੈ ਜ਼ਿਆਦਾ ਮਿਲਣ ਕਰਕੇ ਪ੍ਰੋਡਕਸ਼ਨ ਝਾੜ ਜਿਹੜਾ ਹੈ ਉਹ ਘਟ ਜਾਏਗਾ। क्वेश्चन नंबर 8 एक्सप्लेन हाउ सॉइल गेट्स अफेक्टेड बाय कंटिन्यूअस प्लांटेशन ऑफ क्रॉप इन अ फील्ड। लगातार इको फसल लगाने नाल क्या प्रभाव पैंदा है। कंटिन्यूअस प्लांटेशन ऑफ क्रॉप मेक्स द सॉइल poorer in certain nutrients as the crop takes up nutrient from the soil। क्योंकि लगातार एक ही फसल जिहड़ी हैगी जे लगाने नाल क्या होएगा, एक खास तरह का जिहड़ा न्यूट्रीएंट है वो मिट्टी विच घट जाएगा। ठीक है, ਤੇ ਨੰਬਰ ਕੁਐਸਚਨ ਨੰਬਰ 9 ਕੀ ਕਹਿੰਦਾ ਹੈਗਾ ਜੀ, what are weeds, how can we control them। ਤਾਂ ਕਹਿੰਦੇ ਜੀ the undesirable and unwanted plants which grow naturally along with the crop are called weeds। growth of weeds can be controlled by tilling before sowing or by using weedicides। ठीक है जी। सो इस तरह साडा जिहड़ा है यह क्वेश्चन जिहड़ा है 9वां ये हो जाएगा। नैक्सट जी क्वेश्चन नंबर 10 की कहता है अरेंज द फॉलोइंग बॉक्सेस इन प्रॉपर ऑर्डर टू मेक अ फ्लो चार्ट ऑफ शुगर केन क्रॉप प्रोडक्शन। जे असी कोई एक
गन्ने की फसल लानी है तो ਉਹਦਾ ਪ੍ਰੋਪਰ ਢੰਗ ਕੀ ਹੋਏਗਾ। ਜਿਵੇਂ ਇੱਥੇ ਇਹਨਾਂ ਨੇ ਬੇਟਾ ਇਹ ਨੰਬਰ 1 2 3 4 5 6 7 ਡੱਬੇ 'ਚ ਬਣਾ ਕੇ ਦਿੱਤੇ ਹੋਏ ਨੇ। ਇਹਨੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਹਿੰਦੇ ਜੀ ਕਿਹੜਾ ਕੰਮ ਕਰਦੇ ਹਾਂ ਉਹ ਆਪਾਂ ਆਪਣੇ ਆਨਸਰ 'ਚ ਲਿਖ ਸਕਦੇ ਹਾਂ, ਜਿਹਦੇ ਵਿੱਚ ਇਹ ਪਲੋਇੰਗ ਦਾ ਫੀਲਡ ਹੈ ਉਹ ਨੰਬਰ 1 ਤੇ ਆਏਗਾ। ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਜੀ, ਪ੍ਰੈਪਰੇਸ਼ਨ ਆਫ ਸੋਇਲ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਜੀ, ਸ਼ਾਬਾਸ਼, ਸੋਇੰਗ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਜੀ, ਮੈਨਿਓਰਿੰਗ ਕਰਦੇ ਹਾਂ। ਉਸ ਤੋਂ ਬਾਅਦ ਫਿਰ ਜੀ ਇਰੀਗੇਸ਼ਨ ਕਰਦੇ ਹਾਂ, ਫਿਰ ਹਾਰਵੈਸਟਿੰਗ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਲਾਸਟ ਸਟੈਪ ਹੈ ਸੈਂਡਿੰਗ ਕ੍ਰੌਪ ਟੂ ਸ਼ੂਗਰ ਫੈਕਟਰੀ ਅਸੀਂ ਕਰਦੇ ਹਾਂ ਜੀ। ਠੀਕ ਹੈ, ਸੋ ਇਸ ਕੁਐਸਚਨ ਨੂੰ ਇਦਾਂ ਹੀ ਲਿਖਣ ਤੋਂ ਬਾਅਦ ਜਿਵੇਂ ਇਹ ਬਾਕਸ ਬਣਾ ਕੇ ਨੰਬਰ ਪਾ ਦਿੱਤੇ ਹੈਗੇ ਆ, ਇਦਾਂ ਹੀ ਨੰਬਰ ਵਾਈਜ਼ 1 2 3 4 ਤੁਸੀਂ ਜਿਹੜਾ ਹੈ ਡਰਾ ਕਰਕੇ ਉਹਦੇ 'ਚ ਆਪਣਾ ਆਨਸਰ ਇਸ ਨੂੰ ਪੂਰਾ ਕਰ ਸਕਦੇ ਆ। ਠੀਕ ਹੈ, ਤੇ ਇਸ ਚੈਪਟਰ ਦਾ ਲਾਸਟ ਕੁਐਸਚਨ ਕੀ ਹੈ ਬੱਚੇ, ਕਹਿੰਦੇ ਜੀ ਕੰਪਲੀਟ ਦ ਫੋਲੋਇੰਗ ਵਰਡ ਪਜ਼ਲ ਡਾਊਨਵਰਡ। ਕਹਿੰਦੇ ਜੀ ਪਹਿਲਾ ਹੈ ਪ੍ਰੋਵਾਈਡਿੰਗ ਵਾਟਰ ਟੂ ਦ ਕ੍ਰੌਪ। ਨੰਬਰ 1 ਆਪ ਹੈ ਬੇਟਾ ਤੇ ਇਹ ਡਾਊਨਵਰਡ, ਤਾਂ ਕਹਿੰਦੇ ਜੀ ਅਸੀਂ ਪਾਣੀ ਲਾਉਣ ਵਾਸਤੇ ਉਹਨੂੰ ਕੀ ਕਹਿੰਦੇ ਆ, ਕਹਿੰਦੇ ਜੀ that is irrigation। ठीक है जी, पूरा वर्ड आ गया। नंबर 2 keeping crop grains for a long time under proper condition। ਤਾਂ ਕਹਿੰਦੇ ਜੀ ਉਹਦੇ ਵਾਸਤੇ ਦੇਖੋ ਦੂਸਰਾ ਹੈ ਤੇ ਇਹ ਆ ਗਿਆ ਜੀ ਐਸ ਤੇ ਦਿੱਤਾ ਹੋਇਆ ਸੀਗਾ ਤਾਂ ਸਟੋਰੇਜ। ਨੰਬਰ 5 certain plants of same kind grown on a large scale। ਤਾਂ ਲਾਰਜ ਸਕੇਲ ਆਪ ਹੈ ਜੀ 5 ਨੰਬਰ। ਨੀਚੇ ਕਹਿੰਦੇ ਜੀ ਸੀ ਸਾਨੂੰ ਦਿੱਤਾ ਹੈ ਸੀਗਾ ROP ਕ੍ਰੌਪ ਸਾਡਾ ਜਿਹੜਾ ਹੈ ਉਹ ਇਸ ਤਰ੍ਹਾਂ ਉਹਦੇ ਪੂਰਾ ਹੋ ਜਾਏਗਾ ਡਾਊਨਵਰਡ ਨੂੰ। ਨੈਕਸਟ ਹੈ ਜੀ ਨੰਬਰ 3 ਅਕ੍ਰੋਸ ਜਾਣਾ ਹੈ, ਲੈਫਟ ਟੂ ਰਾਈਟ ਜਾਣਾ ਆਪਾਂ। ਅ ਮਸ਼ੀਨ ਯੂਜ਼ਡ ਫॉर ਕਟਿੰਗ ਦ ਮੈਚਿਓਰਡ ਕ੍ਰੌਪ ਨੂੰ ਕੱਟਣ ਵਾਸਤੇ ਕਹਿੰਦੇ ਜੀ 3 ਨੰਬਰ ਤਾਂ ਉਹ ਹਾਰਵੈਸਟਿੰਗ। ਇੱਕ ਡੱਬਾ ਉਰੇ ਘੱਟ ਦਿੱਤਾ ਹੋਇਆ ਸੀ ਬੇਟਾ, ਉਹ ਆਪਾਂ ਉਹਦੇ ਡੱਬਾ ਜਿਹੜਾ ਹੈ ਆਪਣੇ ਆਪ ਜਿਹੜਾ ਹੈ ਬਣਾ ਲੈਣਾ ਹੈਗਾ, ਇਸ ਗੱਲ ਦਾ ਮਾੜਾ ਜਿਹਾ ਧਿਆਨ ਰੱਖਣਾ ਹੈ। ਠੀਕ ਹੈ ਜੀ ਗੱਲ। ਉਸ ਤੋਂ ਬਾਅਦ ਹੈ ਜੀ ਨੰਬਰ 4 ਅ ਰਬੀ ਕ੍ਰੌਪ ਦੈਟ ਇਜ਼ ਆਲਸੋ ਵਨ ਆਫ ਦ ਪਲਸਿਸ। ਕਹਿੰਦੇ ਜੀ ਕਿਹੜੀ ਹੈਗੀ ਹੈ, ਤਾਂ ਕਹਿੰਦੇ ਜੀ GRAM ਠੀਕ ਗ੍ਰਾਮ ਆ ਜਾਣਾ ਸੀ ਬੇਟਾ ਜਿਹੜਾ ਰਹਿ ਗਿਆ ਸੀਗਾ ਪਹਿਲਾਂ। ਠੀਕ ਹੈ, ਤੇ ਅ ਪ੍ਰੋਸੈਸ ਆਫ ਸੈਪਰੇਟਿੰਗ ਦ ਗ੍ਰੇਨ ਫਰੋਮ ਕਾਫ ਦੈਟ ਇਜ਼ ਅਸੀਂ ਕਿਹਾ ਜੀ WCR ਕੋ ਸੀਗਾ ਜੀ ਤੇ ਨਾਲ ਬਾਕੀ ਭਰੀਏ ਤਾਂ ਵਿਨੋਵਿੰਗ ਕਰਕੇ ਸਾਡਾ ਜਿਹੜਾ ਹੈ ਇਹ ਵਰਡ ਪੂਰਾ ਹੋ ਜਾਏਗਾ। ਸੋ ਇਸ ਕੁਐਸਚਨ ਦੇ ਨਾਲ ਬੇਟਾ ਸਾਡਾ ਜਿਹੜਾ ਹੈ ਫਸਟ ਚੈਪਟਰ ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ। ਅਸੀਂ ਜਿਹੜਾ ਹੈ ਸਾਰੇ ਕੁਐਸਚਨਸ ਨੂੰ ਆਪਣੀ ਕਾਪੀ ਚੰਗੀ ਤਰ੍ਹਾਂ ਕਰ ਲੈਣਾ ਹੈ। ਸਭ ਦਾ ਥੈਂਕ ਯੂ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।